जी अस्सलाम वालेकुम। मैं ਤੁਹਾਡਾ ਦੋਸਤ ਔਰ ਹੋਸਟ ਮੱਲਾ ਗੁਲਾਮ ਨਬੀ ਨਈ ਵੀਡੀਓ ਲੈ ਕੇ ਹਾਜ਼ਰ ਹਾਂ। ਅੱਜ ਤੁਹਾਨੂੰ ਮੈਂ ਇੱਕ ਐਸੀ ਹੱਡ ਬੀਤੀ ਸੁਣਾਵਾਂਗਾ। ਇਹ ਜ਼ਿੰਦਗੀ ਔਰ ਮੌਤ ਦੀ ਹੱਡ ਬੀਤੀ ਹੋਵੇਗੀ। ਮੈਂ ਪਿੱਛੇ ਤਾਰਫ ਕਰਾ ਚੁੱਕਿਆ ਵਾਂ ਆਪਣੀ ਇੱਕ ਦੋ ਵੀਡੀਓ ਦੇ ਵਿੱਚ ਕਿ ਮੇਰਾ ਪਿੰਡ ਕਿਹੜਾ ਹੈ, ਪ੍ਰਤਾਪਗੜ੍ਹ ਆਦਨ। ਅੱਜ ਤੁਹਾਨੂੰ ਮੈਂ ਆਪਣੇ ਪਿੰਡ ਦੇ ਇੱਕ ਹੱਡ ਬੀਤੀ ਸੁਣਾਉਣ ਲੱਗਾ ਵਾਂ। ਮੈਂ ਛੋਟਾ ਜਿਹਾ ਹੁੰਦਾ ਸਾਂ, ਜਿਹੜੀ ਜ਼ਿੰਦਗੀ ਦੀ ਪਹਿਲੀ ਹੱਡ ਬੀਤੀ ਮੇਰੇ ਨਾਲ ਬੀਤੀ ਹੈ ਔਰ ਉਹ ਤਕਲੀਫ ਦੇ ਬੀਤੀ ਹੈ। ਉਹ ਜ਼ਿੰਦਗੀ ਔਰ ਮੌਤ ਦਾ ਮੰਜ਼ਰ ਔਰ ਮੁਕਾਮ ਸੀ। ਮੈਂ ਤੁਹਾਨੂੰ ਅੱਜ ਆਪਣੇ ਪਿੰਡ ਲੈ ਕੇ ਜਾ ਰਿਹਾ ਵਾਂ ਅਤੇ ਵੀਡੀਓ ਜ਼ਰਾ ਗੌਰ ਨਾਲ ਸੁਣਿਆ ਜੇ। ਅਸੀਂ ਆਪਣੇ ਪਿੰਡ ਦੇ ਵਿੱਚ ਡੰਗਰ ਰੱਖੇ ਸਨ, ਮੱਝਾਂ ਗਾਵਾਂ ਰੱਖੀਆਂ ਸਨ। ਸਾਡੇ ਪ੍ਰਤਾਪਗੜ੍ਹ ਪਿੰਡ ਦੇ ਨਾਲ ਪਿੰਡ ਆਦਨ ਹੈ। ਸਾਬਕ ਵਜ਼ੀਰ ਆਲਾ ਪੰਜਾਬ ਮਰਹੂਮ ਸਰਦਾਰ ਮੁਹੰਮਦ ਆਰਿਫ ਨਕਈ ਸਾਹਿਬ ਦਾ ਪਿੰਡ ਹੈ। ਅਸੀਂ ਉਸ ਆਪਣੇ ਪਿੰਡ ਚੋਂ ਨਾਲ ਦੇ ਪਿੰਡ ਆਦਨ 'ਚ ਮੱਝਾਂ ਲੈ ਕੇ ਜਾਂਦੇ ਸਾਂ, ਡੰਗਰ ਲੈ ਕੇ ਜਾਂਦੇ ਸਾਂ ਪਾਣੀ ਪਿਆਉਣ ਵਾਸਤੇ ਨਹਿਰ 'ਤੇ। ਉਹ ਨਹਿਰ ਛਾਂਗਾ ਮਾਂਗਾ ਦੇ ਜੰਗਲ 'ਚੋਂ ਗੁਜ਼ਰ ਕੇ ਆਉਂਦੀ ਸੀ। ਅੱਗੇ ਸਾਡੇ ਸ਼ਹਿਰ ਪੱਤੋਂ ਕ੍ਰਾਸ ਕਰਕੇ ਉਕਾੜੇ ਨੂੰ ਜਾਂਦੀ ਸੀ। ਇਹ ਪਿੱਛੋਂ ਨਹਿਰ ਜਿਹੜੀ ਹੈ ਇੰਡੀਆ 'ਚੋਂ ਆ ਰਹੀ ਹੈ। ਅਸੀਂ ਇੱਕ ਦਿਨ ਚੰਦ ਦੋਸਤ ਘਰੋਂ ਮੱਝਾਂ ਡੰਗਰ ਖੋਲ੍ਹੇ ਨੇ, ਨਹਿਰ 'ਤੇ ਪਾਣੀ ਪਿਆਉਣ ਵਾਸਤੇ ਲੈ ਕੇ ਜਾ ਰਹੇ ਸਾਂ। ਸਾਡੇ ਪਿੰਡ ਦਾ ਔਰ ਉਸ ਨਹਿਰ ਦਾ ਫਾਸਲਾ 1 ਕਿਲੋਮੀਟਰ ਦਾ ਹੈ। 1 ਕਿਲੋਮੀਟਰ ਦਾ ਫਾਸਲਾ ਹੈ। ਅਸੀਂ ਪੈਦਲ ਹੀ ਆਉਣ ਜਾਣ ਕਰ ਲੈਂਦੇ ਸਾਂ। ਸਾਨੂੰ ਜ਼ਿਆਦਾ ਕਨਵੇਂਸ ਦੀ ਜ਼ਰੂਰਤ ਨਹੀਂ ਸੀ ਪੈਂਦੀ। ਇੱਕ ਦਿਨ ਦਾ ਵਾਕਿਆ ਹੋਇਆ ਇਸ ਮਸਕੀਨ ਦੇ ਨਾਲ। ਮੱਝਾਂ ਲੈ ਕੇ ਮੈਂ ਨਹਿਰ 'ਤੇ ਪਹੁੰਚਿਆ, ਨਾਲ ਮੇਰੇ ਦੋਸਤ ਵੀ ਸਨ, ਕੁਝ ਹੋਰ ਵੀ ਮੇਰੇ ਪਿੰਡ ਦੇ। ਉਹ ਵੀ ਅਸੀਂ ਅੱਗੇ ਪਿੱਛੇ ਮੱਝਾਂ ਲੈ ਕੇ ਨਹਿਰ 'ਤੇ ਪਹੁੰਚਿਆ। ਨਹਿਰ ਦੇ ਵਿੱਚ ਮੱਝਾਂ ਨੂੰ ਅਸੀਂ ਪਾਣੀ ਪੀਣ ਵਾਸਤੇ ਔਰ ਨਹਾਉਣ ਵਾਸਤੇ ਐਂਟਰ ਕਰਾਤਾ। ਮੱਝਾਂ ਨਹਿਰ ਦੇ ਵਿੱਚ ਜਾ ਕੇ ਬਹਿ ਕੇ ਪਾਣੀ ਪੀਣ ਲੱਗ ਪਈਆਂ ਔਰ ਨਹਾਉਣ ਲੱਗ ਪਈਆਂ। ਅਸਾਂ ਵੀ ਸੋਚਿਆ ਵੀ ਚਲੋ ਅਸੀਂ ਵੀ ਨਹਾ ਲਈਏ। ਅਸਾਂ ਮੁੰਡਿਆਂ ਨੇ ਇੱਕ ਦੂਜੇ ਨੂੰ ਫੜਾਉਣ ਦਾ ਜਿਹੜਾ ਨਾ ਨੰਬਰ ਲਾਇਆ ਵੀ ਚਲੋ ਯਾਰ ਨਾ ਆਪਾਂ ਵੀ ਲੁਕਣ ਮਿੱਟੀ ਖੇਡ ਲਈਏ ਅਤੇ ਸਾਰੇ ਮੁੰਡੇ ਛਾਲਾਂ ਮਾਰਨਗੇ, ਇੱਕ ਬੰਦਾ ਆਪਾਂ ਨੂੰ ਫੜੇਗਾ। ਉਹ ਨੰਬਰ ਮੈਂ ਬਦ ਨਸੀਬ ਦਾ ਆ ਗਿਆ। ਹੁਣ ਮੈਨੂੰ ਨਹੀਂ ਪਤਾ ਇਸ ਚੀਜ਼ ਨੂੰ ਮੈਂ ਖੁਸ਼ਕਿਸਮਤ ਸਮਝਾਂ ਜਾਂ ਬਦਕਿਸਮਤੀ ਸਮਝਾਂ। ਜਿਹੜਾ ਵਾਕਿਆ ਪੇਸ਼ ਆਇਆ, ਸਾਡੇ ਉਸ ਨਹਿਰ ਦੇ ਕਿਨਾਰੇ 'ਤੇ ਆਦਨ ਪਿੰਡ ਦੇ ਬਿਲਕੁਲ ਨਾਲ ਇੱਕ ਪੁਲ ਗੁਜ਼ਰਦੀ ਸੀ। ਉਹ ਦਰਮਿਆਨ ਦੇ ਵਿੱਚੋਂ ਪੁਲ ਦੇ ਨਾਲ ਹੀ ਜਿਹੜਾ ਸੀ ਮੱਝਾਂ ਦੇ ਆਉਣ ਜਾਣ ਵਾਸਤੇ ਨਹਿਰ ਵਿੱਚ ਜਗ੍ਹਾ ਬਣੀ ਸੀ ਅਤੇ ਉੱਥੇ ਖੰਭਾ ਲੱਗਾ ਸੀ। ਇੱਕ ਖੰਭੇ ਤੋਂ ਇੱਕ ਕੇਬਲ ਗੁਜ਼ਰਦੀ ਸੀ। ਪਿੰਡ ਦੇ ਵਿੱਚੋਂ ਨਹਿਰ ਦੀ ਦੂਸਰੀ ਸਾਈਡ 'ਤੇ ਖੰਭਾ ਸੀ, ਜਿਸ ਸਾਈਡ 'ਤੇ ਅਸੀਂ ਲੁਕਣ ਮਿੱਟੀ ਖੇਡਦੇ ਸਾਂ ਜਾਂ ਮੱਝਾਂ ਲੈ ਕੇ ਆਉਂਦੇ ਜਾਂਦੇ ਸਾਂ। ਉਸ ਦਿਨ ਹਲਕੀ ਬਾਰਿਸ਼ ਪਈ ਸੀ। ਨੰਬਰ ਆ ਗਿਆ ਇਸ ਮਸਕੀਨ ਦਾ। ਨਾਲ ਦੀਆਂ ਨਾਲ ਛਾਲਾਂ ਮਾਰਤੀਆਂ। ਖੰਭੇ ਦੇ ਵਿੱਚ ਕਿਸੇ ਨੂੰ ਨਹੀਂ ਸੀ ਪਤਾ ਕਿ ਤਾਰ ਉਤਲੀ ਜਿਹੜੀ ਕੇਬਲ ਹੈ, ਤਾਰ ਫੁੱਲ ਬਜੀ, ਯਾਨੀ ਕਿ ਤਾਰਾਂ ਜਿਹੜੀਆਂ ਸਨ ਦੂਸਰੇ ਨਹੀਂ ਸਨ, ਸਿਰਫ ਕੇਬਲ ਗੁਜ਼ਰ ਰਹੀ ਸੀ। ਉਹ ਕੇਬਲ ਹਿੱਲ ਕੇ ਹਵਾ ਨਾਲ, ਪਤਾ ਨਹੀਂ ਕਦੋਂ ਦੀ ਕੇਬਲ ਸੀ, ਹਿੱਲ ਕੇ ਹਵਾ ਨਾਲ ਥੋੜ੍ਹੀ ਜਿਹੀ ਕਰੈਕ ਹੋ ਗਈ। ਹਲਕਾ ਜਿਹਾ ਜਿਹੜਾ ਸੀ ਨਾ ਅਰਥ ਉਸ ਖੰਭੇ ਦੇ ਵਿੱਚ ਆਉਂਦਾ ਸੀ। ਜਿਸ ਟਾਈਮ 'ਤੇ ਮੈਂ ਜਾ ਕੇ ਹੱਥ ਲਾਇਆ, ਖੰਭੇ ਨਾਲ ਮੈਂ ਚਿਪਟ ਗਿਆ। ਯਾਨੀ ਕਿ ਮੈਂ ਖੰਭੇ ਨਾਲ ਪੰਜਾਬੀ ਦੱਸਣਾ ਫੜਿਆ ਗਿਆ। ਮੈਨੂੰ ਹਲਕਾ ਜਿਹੜਾ ਨਾ ਬਿਜਲੀ ਦਾ ਝਟਕੇ ਲੱਗਣ ਲੱਗ ਪਏ ਬਿਜਲੀ ਦੇ। ਇਹ ਚੀਜ਼ ਵੇਖ ਕੇ ਅਰਥ ਸੀ, ਜ਼ਿਆਦਾ ਕਰੰਟ ਨਹੀਂ ਸੀ। ਅਗਰ ਕਰੰਟ ਜ਼ਿਆਦਾ ਸਖਤ ਹੁੰਦਾ ਤਾਂ ਫਿਰ ਤਾਂ ਮੌਤ ਵਾਕਿਆ ਹੋ ਜਾਣੀ ਸੀ, ਲੇਕਿਨ ਉਹ ਹਲਕਾ ਅਰਥ ਸੀ। ਨਾ ਉਹਨੇ ਜੀਣ ਜੋਗਾ ਛੱਡਿਆ, ਨਾ ਉਹਨੇ ਮਰਨ ਜੋਗਾ ਛੱਡਿਆ। ਮੈਂ ਫੜਿਆ ਗਿਆ ਜਿਸ ਟਾਈਮ 'ਤੇ ਆਹਿਸਤਾ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ। ਪਬਲਿਕ ਇਕੱਠਾ ਹੋਣੀ ਸ਼ੁਰੂ ਹੋ ਗਈ। ਕਾਫੀ ਤਾਦਾਦ ਨਾਲ ਹਜੂਮ ਜਮ੍ਹਾਂ ਹੋ ਗਿਆ।
ਔਰ ਵੇਖਣ ਲੱਗ ਪਏ, ਗੱਲਾਂ ਕਰਨ ਲੱਗ ਪਏ ਵੀ ਇਹ ਮਲਕਾਂ ਦਾ ਮੁੰਡਾ ਪ੍ਰਤਾਪਗੜ੍ਹੋਂ ਬਿਜਲੀ ਦੇ ਖੰਭੇ ਨਾਲ ਲੱਗਾ ਖਲਾ। ਇਹ ਮੈਂ ਹਕੀਕਤ ਬਿਆਨ ਕਰ ਰਿਹਾ, ਝੂਠੇ ਬੰਦੇ ਤੇ ਖੁਦਾ ਦੀ ਲਾਹਨਤ। ਜਿਸ ਟਾਈਮ ਤੇ ਕੁਝ ਮਿੰਟ ਗੁਜ਼ਰੇ, ਸਾਬਕ ਵਜ਼ੀਰ ਆਲਾ ਪੰਜਾਬ ਮਰਹੂਮ ਸਰਦਾਰ ਮੁਹੰਮਦ ਆਰਿਫ ਨਕਈ ਸਾਹਿਬ, ਉਸ ਦੌਰ ਦੇ ਵਿੱਚ ਉਹ ਵਜ਼ੀਰ ਜੰਗਲਾਤ ਸਨ। ਜਿਸ ਦੌਰ ਦਾ ਇਹ ਵਾਕਿਆ ਹੈ, ਉਹ ਵਜ਼ੀਰ ਜੰਗਲਾਤ ਸਨ। ਖੁਦਾ ਦੀ ਕੁਦਰਤ ਐਸੀ ਹੋਈ ਕਿ ਕੁਝ ਦੇਰ ਬਾਅਦ ਉਹਨਾਂ ਦੀ ਗੱਡੀ ਆਦਨ ਪਿੰਡ ਨੂੰ ਆ ਰਹੀ ਸੀ। ਜਦੋਂ ਸਨਾਰ ਦੇ ਪੁਲ ਤੇ ਆਈ, ਜਦੋਂ ਹਜੂਮ ਵੇਖਿਆ, ਉਹਨਾਂ ਦੇ ਡਰਾਈਵਰ ਨੇ ਫੌਰੀ ਬ੍ਰੇਕ ਮਾਰੀ ਔਰ ਸਰਦਾਰ ਸਾਹਿਬ ਨੇ ਪੁੱਛਿਆ ਵੀ ਕੀ ਹੋਇਆ। ਲੋਕਾਂ ਦੱਸਿਆ ਵੀ ਸਰਦਾਰ ਸਾਹਿਬ ਇਹ ਮਲਕਾਂ ਦਾ ਪ੍ਰਤਾਪਗੜ੍ਹ ਦਾ ਮੁੰਡਾ ਹੈ, ਇਸ ਤਰ੍ਹਾਂ ਮੱਝਾਂ ਨੂੰ ਪਾਣੀ ਪਿਆਉਣ ਆਇਆ ਅਤੇ ਇਸ ਤਰ੍ਹਾਂ ਖੇਡ ਰਹੇ ਸਨ ਅਤੇ ਉਹ ਖੰਭੇ ਦੇ ਨਾਲ ਲੱਗਾ ਹੋਇਆ ਹੈ, ਉਹਨੂੰ ਬਿਜਲੀ ਲੱਗੀ ਹੋਈ ਹੈ, ਯਾਨੀ ਕਿ ਕਰੰਟ ਹਲਕਾ ਹਲਕਾ ਅਰਥ ਹੈ, ਜ਼ਿਆਦਾ ਬਿਜਲੀ ਨਹੀਂ। ਉਹਨਾਂ ਨੇ, ਅੱਲਾ ਦੇ ਉਸ ਨੇਕ ਬੰਦੇ ਨੇ, ਉਸ ਹਜੂਮ ਨੂੰ ਕਿਹਾ, ਜਿਹੜੇ ਘਰ ਨਾਲ ਘਰ ਸਨ, ਆਦਮ ਦੇ ਰਿਹਾਇਸ਼ੀ ਸਨ ਲੋਕ, ਉਹਨਾਂ ਨੂੰ ਕਿਹਾ ਵੀ ਜਲਦੀ ਕਰੋ, ਤੁਹਾਡੇ ਸਾਹਮਣੇ ਇੱਕ ਬੱਚਾ ਮਰ ਰਿਹਾ, ਤੁਸੀਂ ਕੁਝ ਨਹੀਂ ਕਰ ਰਹੇ, ਇਹਨਾਂ ਤੁਹਾਡਾ ਵੱਡੇ ਹਜੂਮ ਹੈ, ਕੀ ਤੁਹਾਡਾ ਫਾਇਦਾ ਹੋਇਆ? ਉਹਨਾਂ ਪੁੱਛਿਆ, ਸਰਦਾਰ ਜੀ ਸਾਨੂੰ ਕੁਝ ਨਹੀਂ ਸੁੱਝ ਰਿਹਾ। ਉਹਨਾਂ ਨੇ ਕਿਹਾ ਸਾਨੂੰ ਕੁਝ ਨਹੀਂ ਸੁੱਝ ਰਿਹਾ। ਸਰਦਾਰ ਸਾਹਿਬ ਨੇ ਕਿਹਾ ਵੀ ਸੁੱਕਾ ਵਾਂਸ ਲੈ ਕੇ ਆਓ, ਸੁੱਕਾ ਵਾਂਸ ਲਿਆਓ ਔਰ ਇਹਦੀ ਇਸ ਹਿੱਕ ਤੇ ਪਾਓ, ਹਿੱਕ ਤੇ ਪਾ ਕੇ ਦੋ ਇੱਕ ਸਾਈਡ ਤੇ ਹੋ, ਇੱਕ ਬੰਦਾ ਇੱਕ ਸਾਈਡ ਤੇ ਹੋਵੇ, ਇੱਕ ਬੰਦਾ ਦੂਜੀ ਸਾਈਡ ਤੇ ਹੋਵੇ, ਸੱਜੇ ਖੱਬੇ ਹੋ ਕੇ ਉਹਨੂੰ ਝਟਕਾ ਮਾਰੋ। ਇਸੇ ਤਰ੍ਹਾਂ ਹੋਇਆ। ਜਲਦੀ ਇੱਕ ਬੰਦਾ ਵਾਂਸ ਲੈ ਕੇ ਆਇਆ, ਵਾਂਸ ਲਿਆ ਕੇ ਉਹਨੇ ਮੇਰੀ ਇੱਥੇ ਹਿੱਕ ਤੇ ਰੱਖਿਆ, ਇੱਕ ਬੰਦਾ ਮੇਰੇ ਸੱਜੇ ਪਾਸੇ ਹੋ ਗਿਆ, ਇੱਕ ਮੇਰੇ ਖੱਬੇ ਪਾਸੇ ਹੋ ਗਿਆ, ਉਹਨਾਂ ਝਟਕਾ ਮਾਰਿਆ, ਮੈਨੂੰ ਜ਼ਮੀਨ ਤੇ ਸੁੱਟਤਾ ਕੰਡ ਭਰਨ। ਔਰ ਜਲਦੀ ਮੈਨੂੰ ਉਹਨਾਂ ਨੇ ਰੇਤ ਦੇ ਵਿੱਚ ਨੱਪਿਆ, ਮੇਰੀ ਜ਼ਿੰਦਗੀ ਬਚੀ, ਮੇਰੀ ਜਾਨ ਬਚੀ। ਗੱਲ ਕਰਨ ਦਾ ਮਤਲਬ ਇਹ ਆ ਕਿ ਜ਼ਿੰਦਗੀ ਮੌਤ ਅੱਲਾ ਪਾਕ ਦੇ ਹੱਥ ਵਿੱਚ। ਮੇਰੀ ਜ਼ਿੰਦਗੀ ਨਾਲ ਐਸੇ ਵਾਕਿਆ ਪੇਸ਼ ਆਏ ਨੇ, ਅਜੇ ਤਾਂ ਕੁਝ ਵੀ ਨਹੀਂ, ਅਜੇ ਤੇ ਮੇਰੇ ਚੈਨਲ ਦੀ ਸ਼ੁਰੂਆਤ ਹੈ। ਜਿਵੇਂ ਵਕਤ ਗੁਜ਼ਰੇਗਾ, ਮੇਰੇ ਦੋਸਤਾਂ ਨੂੰ, ਮੇਰੇ ਵੀਡੀਓ ਵੇਖਣ ਵਾਲਿਆਂ ਨੂੰ, ਮੈਨੂੰ ਵੇਖਣ ਵਾਲਿਆਂ ਨੂੰ, ਮੈਨੂੰ ਸੁਣਨ ਵਾਲਿਆਂ ਨੂੰ ਅੱਗੇ ਜਾ ਕੇ ਅੱਛੀ ਤੋਂ ਅੱਛੀ ਵੀਡੀਓ ਮੈਂ ਬਣਾ ਕੇ ਦਿਆਂਗਾ ਔਰ ਹੈਰਾਨ ਹੋਵੋਗੇ ਕਿ ਸਾਰੇ ਵਾਕਿਆ ਇਸ ਬੰਦੇ ਦੀ ਜ਼ਿੰਦਗੀ ਨਾਲ ਹੋਏ ਨੇ। ਔਰ ਮੈਂ ਝੂਠ ਨਹੀਂ ਬੋਲਾਂਗਾ, ਕਿਉਂ? ਝੂਠੇ ਬੰਦੇ ਦੇ ਖੁਦਾ ਦੀ ਲਾਹਨਤ ਹੁੰਦੀ ਹੈ। ਸਰਦਾਰ ਮੁਹੰਮਦ ਆਰਿਫ ਨਕਈ ਸਾਹਿਬ ਨੂੰ ਮੈਂ ਜਦੋਂ ਮੈਂ ਉੱਠ ਕੇ ਖੜਾ ਹੋਇਆ, ਉਹਨਾਂ ਨੂੰ ਮੈਂ ਸਲੂਟ ਮਾਰਿਆ। ਮੈਂ ਸਰਦਾਰ ਸਾਹਿਬ, ਤੁਸੀਂ ਮੇਰੇ ਲਈ ਫਰਿਸ਼ਤਾ ਬਣ ਕੇ ਆਏ ਹੋ। ਔਰ ਜਦੋਂ ਵੀ ਮੈਂ ਕੋਈ ਦੁਆ ਕਰਨਾ, ਅੱਲਾ ਦੇ ਉਸ ਫਰਿਸ਼ਤੇ ਵਾਸਤੇ ਮੈਂ ਖਸੂਸੀ ਦੁਆ ਕਰਨਾ ਵਾ। ਇਸ ਦੁਨੀਆ ਤੇ ਜਿਹੜਾ ਆਇਆ ਹੈ, ਉਹਨੇ ਜਾਣਾ ਹੀ ਜਾਣਾ ਹੈ, ਜੋ ਬਣਿਆ ਸੋ ਟਹਿਣਾ ਹੀ ਟਹਿਣਾ ਹੈ। ਲੇਕਿਨ ਹਰ ਇਨਸਾਨ ਦੀ ਜ਼ਿੰਦਗੀ 'ਚ ਕੁਝ ਲੋਕ ਅੱਛੇ ਆਉਂਦੇ ਨੇ ਔਰ ਕੁਝ ਲੋਕ ਮਾੜੇ ਵੀ ਆਉਂਦੇ ਨੇ। ਬ੍ਰੇਕ ਕਰਨੇ ਆ, ਇਸ ਵੀਡੀਓ ਦਾ ਇਖਤਤਾਮ ਕਰਨੇ ਆ। ਮਿਲਨੇ ਇੱਕ ਅਗਲੀ ਨਈ ਵੀਡੀਓ ਦੇ ਨਾਲ। ਜਿਉਂਦੇ ਵਸਦੇ ਰਹੋ, ਸਲਾਮਤ ਰਹੋ। अस्सलाम वालेकुम।